ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤਾਂ ਪਹਿਲੀ ਵਾਰੀ ਲਾਈਵ ਹੋ ਰਿਹਾ। ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਹੋ ਰਿਹਾ ਕਿ ਨਹੀਂ ਹੋ ਰਿਹਾ। ਕਿਸਾਨ ਜਥੇਬੰਦੀਆਂ ਵੱਲੋਂ ਡਿਊਟੀ ਲੱਗੀ ਸੀਗੀ। ਸਾਡੀ ਇੱਕ ਕਿਸਾਨ ਸੰਘਰਸ਼ ਕਮੇਟੀ ਹੈ, ਜਿਹੜੀਆਂ ਪੰਜਾਬ ਦੇ ਵਿੱਚ ਸੜਕਾਂ ਨਿਕਲ ਰਹੀਆਂ। ਜਦੋਂ ਸਾਡੇ ਵੀਰ ਦਿੱਲੀ ਗਏ, ਅਸੀਂ ਉਹ ਸੜਕਾਂ ਨੂੰ ਸੈਂਟਰ ਨੂੰ ਦੇਣ ਤੋਂ ਜਵਾਬ ਦੇਣਾ ਸ਼ੁਰੂ ਕੀਤਾ। सबर ट्राई फ्रेंड्स है, एक शेयर टू ग्रुप है। एक सेकंड आ जाओ। पता नहीं लग रहा ना मैनू, मैं पहली बारी हो रहा लाइव। टैग नहीं जो शेयर करना किसी ਨੂੰ ਲਾਈਵ ਤਾਂ ਹੁਣ ਤੁਸੀਂ ਹੈਗੇ ਹੋ। ਚਲੋ, ਮੈਂ ਬੇਟੇ ਨੂੰ ਜਸਟ ਪੁੱਛਿਆ ਸੀਗਾ, ਕਿਉਂਕਿ ਮੈਂ ਉਹੀ ਗੱਲ ਪਹਿਲੀ ਵਾਰੀ ਲਾਈਵ ਹੋ ਰਿਹਾ ਸੀਗਾ, ਤਾਂ ਮੈਨੂੰ ਨਹੀਂ ਪਤਾ ਕਿ ਮੈਂ ਜੋ ਪਹਿਲਾਂ ਬੋਲਿਆ ਉਹ ਸੁਣਿਆ ਗਿਆ ਕਿ ਨਹੀਂ ਸੁਣਿਆ ਗਿਆ। ਵੀਰ, ਜਦੋਂ ਦਿੱਲੀ ਆਪਣੇ ਭਰਾ ਗਏ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਲਈ, ਤਾਂ ਸਾਡੇ ਕੋਲ ਇੱਕ ਨਾ ਛੋਟੀ ਜਿਹੀ ਪ੍ਰੋਬਲਮ ਆਈ ਪੰਜਾਬ ਦੇ ਵਿੱਚ। ਐਕਸਪ੍ਰੈਸ ਵੇਜ਼ ਦੀ ਇਹਨਾਂ ਨੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੇ ਝੜੀ ਲਾਤੀ। ਮੈਂ ਕੋਈ ਰਾਜਨੀਤਿਕ ਪਿਛੋਕੜ ਤੋਂ ਨਹੀਂ ਸੀਗਾ ਜਾਂ ਹੋਰ ਮੈਨੂੰ ਕੁਛ ਨਹੀਂ ਪਤਾ ਸੀ, ਪਰ ਜਦੋਂ SDMs ਨੇ ਨੋਟਿਸ ਦਿੱਤੇ ਕਿਸਾਨਾਂ ਨੂੰ, ਤਾਂ ਇੱਕ ਮੁਹਿੰਮ ਦਾ ਛੋਟਾ ਜਿਹਾ ਪਾਰਟ ਬਣਿਆ। ਅਤੇ ਪਹਿਲੀ ਵਾਰੀ ਮੈਂ ਲਾਈਵ ਹੋ ਰਿਹਾ, ਕੁਛ ਗਲਤ ਵੀ ਕਹਿ ਦਾਂ ਬਾਈ ਜੀ ਮੈਨੂੰ ਮਾफ़ ਕਰ ਦਿਓ। ਅਤੇ ਉਸ ਨੂੰ ਅਸੀਂ ਜ਼ਮੀਨ ਨੂੰ ਬਚਾਉਣ ਦੀ ਲੜਾਈ ਸ਼ੁਰੂ ਕਰਤੀ। 1.5 ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ, ਅਸੀਂ 10,000 ਬੰਦਾ ਇੱਕ ਪਲੇਟਫਾਰਮ 'ਤੇ ਖੜ੍ਹਾ ਹੋ ਗਏ। 19 ਤਰੀਕ ਨੂੰ, ਕਿਉਂਕਿ ਗੱਲ ਮੈਂ ਦਿੱਲੀ ਦੀ ਕਰੂੰਗਾ ਬ੍ਰਦਰ, ਇਹ ਤਾਂ ਬਹੁਤ ਛੋਟੀ ਜਿਹੀ ਗੱਲ ਲੱਗਣ ਲੱਗ ਗਈ ਮੈਨੂੰ ਰਾਤ ਦੀ ਜੋ ਮੈਂ ਤੁਹਾਨੂੰ ਸੁਣਾਉਣ ਲੱਗਿਆ, ਪਰ ਮਜਬੂਰੀ ਆ ਕਿ ਜੇ ਨਹੀਂ ਅਸੀਂ ਇਹਨੂੰ ਨਾਲ ਜੋੜਦੇ ਤਾਂ ਇੱਕ ਬਹੁਤ ਵੱਡਾ ਹਿੱਸਾ ਬਾਹਰ ਰਹਿ ਜਾਊਗਾ। ਅਸੀਂ 19 ਤਰੀਕ ਨੂੰ ਪਟਿਆਲੇ 10,000 ਬੰਦੇ ਦਾ ਅਸੀਂ ਇੱਕ ਬੜਾ ਵੱਡਾ ਸੰਘਰਸ਼ ਕੀਤਾ, ਅਤੇ ਉਹ ਸਟੇਜ ਤੋਂ ਕਿਹਾ ਗਿਆ ਸੀਗਾ ਕਿ ਦਿੱਲੀ ਵਾਲੇ ਜਦੋਂ ਸਾਨੂੰ ਬੁਲਾਉਣਗੇ, ਉਹ ਵੱਡੀ ਫੌਜ ਲੜ ਰਹੀ ਹੈ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਛੋਟੀ ਜਿਹੀ ਟੁਕੜੀ ਤਿਆਰ ਹੋ ਗਈ, ਅਸੀਂ ਨਾਲ ਦੀ ਨਾਲ ਉੱਥੇ ਪਹੁੰਚਾਂਗੇ। ਲੋਹੜੀ 'ਤੇ ਗਿਆ, ਇੱਕ ਸੁਨੇਹਾ ਮਿਲਿਆ ਰਾਜੇਵਾਲ ਸਾਹਿਬ ਤੋਂ, ਅਤੇ ਪੁੱਛਿਆ ਗਿਆ ਵੀ ਸਾਨੂੰ ਡਿਊਟੀ ਲਾ ਦਿਓ ਸਾਡੀ, ਜਿਹੋ ਜਿਹੀ ਲਾਉਣੀ ਆ। ਅਤੇ ਡਿਊਟੀ ਕੀ ਲੱਗੀ, ਕਹਿੰਦੇ ਵੀ ਜਿੰਨੇ ਸਿਆਣੇ ਲੀਡਰਸ਼ਿਪ ਆ ਸਾਰੀ ਦਿੱਲੀ ਪਹੁੰਚ ਚੁੱਕੀ ਆ, ਜਿੰਨੇ ਸਲਾਹਕਾਰ ਹੈ ਕੋਆਰਡੀਨੇਟਰਸ ਆ ਉਹਨਾਂ ਦੇ ਸਾਰੇ ਉੱਥੇ ਪਹੁੰਚ ਚੁੱਕੇ ਆ। ਤੁਸੀਂ ਪੰਜਾਬ ਦੀਆਂ ਜਿਹੜੀਆਂ ਟਰੈਕਟਰ ਰੈਲੀਆਂ ਇਹਨਾਂ ਨੂੰ ਦੇਖਣਾ। ਮੇਰੀ ਡਿਊਟੀ ਸੰਗਰੂਰ ਲੱਗੀ ਸੀ ਬ੍ਰਦਰ, ਮੇਰੇ ਵੀਰ ਮੇਰੇ ਭਰਾ ਸਾਰੇ ਜਿੰਨੇ ਔਨਲਾਈਨ ਹੋ ਰਹੇ ਆ, ਅਤੇ ਮੈਂ ਉਹ ਫਰਜ਼ ਸਮਝ ਕੇ ਸੰਗਰੂਰ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਸੀ ਉਹਦੇ 'ਚ ਪਾਰਟੀਸਪੇਟ ਕੀਤਾ। ਉੱਥੋਂ ਹੀ ਖਬਰ ਆਈ ਵੀ ਲਾਲ ਕਿਲ੍ਹੇ ਦੇ ਉੱਤੇ ਝੰਡਾ ਲਹਿਰਾਤਾ ਕੇਸਰੀ। ਇੱਕਦਮ ਸਟਰੈਸ ਦੇ ਵਿੱਚ ਗੱਲ ਗਈ ਦਿਮਾਗ ਦੇ ਵਿੱਚ, ਕਿਉਂਕਿ ਜਿਹੋ ਜਿਹਾ ਮੇਰਾ ਦਿਮਾਗ ਹੈ ਮੈਂ ਉਹੋ ਜਿਹਾ ਹੀ ਸੋਚ ਸਕਦਾ। ਇੱਕਦਮ ਟੈਨਸ਼ਨ ਦੇ ਵਿੱਚ ਗੱਲ ਗਈ ਕਿ ਠੀਕ ਹੋਇਆ ਜਾਂ ਗਲਤ ਹੋਇਆ। ਸਾਰਿਆਂ ਨੇ ਸੋਚਿਆ, ਰਾਤ ਸਮਝ ਨਹੀਂ ਆਈ, ਰਾਤ ਨਿਕਲ ਗਈ। ਮੈਂ TV ਦੇਖਦਾ ਸੀਗਾ, ਕੋਈ ਚੈਨਲ ਆਪਾਂ ਨੂੰ ਗੱਦਾਰ ਕਹਿ ਰਿਹਾ ਸੀਗਾ, ਕੋਈ ਕੁਛ ਕਹਿ ਰਿਹਾ ਸੀ, ਕੋਈ ਕੁਛ ਕਹਿ ਰਿਹਾ ਸੀ, ਕੋਈ ਗੁਨਹਗਾਰ। ਪਰ ਵੀਰੋ, ਜਿਹੜੇ ਇਹ ਕਿਸਾਨ ਉੱਥੇ ਬੈਠੇ ਆ ਬਹੁਤ ਭੋਲੇ ਆ, ਬਹੁਤ ਭੋਲੇ ਆ। ਉਹਨਾਂ ਨੂੰ ਦਿੱਲੀ ਦੇ ਮੂੰਹ ਸਿਰ ਦਾ ਵੀ ਨਹੀਂ ਪਤਾ ਸੀ। ਕੁਛ ਲੋਕ ਤਾਂ
ਸ਼ਾਇਦ ਦਿੱਲੀ 'ਚ ਪਹਿਲੀ ਵਾਰੀ ਵੜੇ ਹੋਣਗੇ। ਜਿਹੜੀ ਦਿਸ਼ਾ 'ਚ ਉਹਨਾਂ ਨੂੰ ਲੈ ਜਾਓਗੇ ਉਸੇ ਦਿਸ਼ਾ 'ਚ ਚਲੇ ਜਾਣਗੇ। ਜਿੱਥੋਂ ਲਾਈਨ ਤੋੜ ਹੋਇਆ, ਸਰਕਾਰਾਂ ਬਹੁਤ ਤੇਜ਼ ਹੁੰਦੀਆਂ, ਉਹਨਾਂ ਦੀ ਮਨਸ਼ਾ ਬੜੀ ਵੱਡੀ ਹੁੰਦੀ ਆ। ਉਹਨਾਂ ਦਾ ਕੰਮ ਹੀ ਇਹ ਸੀਗਾ ਕਿ ਕਿੱਥੇ ਇਹ ਅੰਦੋਲਨ ਫੇਲ ਹੋ ਸਕਦਾ। ਪੁਲਿਸ ਨੂੰ ਸਭ ਪਲਾਨ ਸੀਗਾ, ਪਤਾ ਸੀਗਾ ਪਹਿਲਾਂ ਹੀ। ਜੇ ਕਹਿੰਦੇ ਆ ਕਿ ਮਾਫੀਆਂ ਮੰਗੋ ਰਾਜੇਵਾਲ ਸਾਹਿਬ ਨੂੰ, ਜੇ ਕਹਿੰਦੇ ਆ ਇਹ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਮਾਫੀਆਂ ਮੰਗੋ, ਤਾਂ ਪਹਿਲਾਂ ਨਿਗਾਹ ਮਾਰੋ ਕਸੂਰ ਕਰਾਇਆ ਕਿਹਨੇ ਸੀ, ਗਲਤੀ ਕਿਹਦੀ ਸੀ। ਕਿਸਾਨ ਤਾਂ ਪਹਿਲਾਂ ਆਪਦੇ ਘਰ 'ਚ ਬੈਠੇ ਸੀ, ਟੋਲ ਪਲਾਜ਼ਿਆਂ 'ਤੇ ਬੈਠੇ ਸੀ, ਪੈਟਰੋਲ ਪੰਪਾਂ 'ਤੇ ਬੈਠੇ ਸੀ, ਪੰਜਾਬ 'ਚ ਬੈਠੇ ਸੀ। ਕਿੰਨੇ ਦਿਨ ਪੰਜਾਬ 'ਚ ਬੈਠੇ ਰਹੇ, ਇੱਕ ਵਾਰ ਦੇਖਣ ਦੀ ਲੋੜ ਹੈ ਮੇਰੇ ਵੀਰ। ਕਿੰਨੇ ਦਿਨ ਦੇ ਉਹ ਦਿੱਲੀ ਸ਼ਾਂਤਮਈ ਢੰਗ ਨਾਲ ਬੈਠੇ ਸੀਗੇ। ਮੋਦੀ ਨੇ ਮਾਫੀ ਮੰਗੀ ਹਜੇ ਤੱਕ? ਕਿ ਇਹ ਲੋਕ ਬੈਠੇ ਕਿਉਂ ਸੀ? ਮੋਦੀ ਨੇ ਮਾਫੀ ਮੰਗੀ ਕਿ ਇਹਨਾਂ ਨੂੰ ਲਾਲ ਕਿਲ੍ਹੇ ਤੇ ਜਾਣ ਦੀ ਲੋੜ ਕਿਉਂ ਪਈ? ਜੇ ਭਗਤ ਸਿੰਘ ਲੋਕਾਂ ਨੂੰ ਜਗਾਉਣ ਲਈ ਕੋਰਟ ਦੇ ਵਿੱਚ ਜਾ ਕੇ ਬੰਬ ਸੱਟ ਸਕਦਾ ਬਾਈ ਜੀ, ਤਾਂ ਇਹਨਾਂ ਨੂੰ ਜਾਣਾ ਪਿਆ, ਮਜਬੂਰੀ ਸੀ। ਭੇਜਿਆ ਕਿਹਨੇ ਆ? ਕਸੂਰਵਾਰ ਕੌਣ ਆ? ਵਾਚ ਕਰੋ ਚੰਗੀ ਤਰ੍ਹਾਂ। ਅਸੀਂ ਤਾਂ ਫੇਰ ਪੰਜਾਬੀ ਆ। ਮੋਦੀ ਸਾਹਿਬ ਮਾਫੀ ਮੰਗ ਲੈਂਦੇ ਆ, ਧੌਣ 'ਚ ਕਿੱਲਾ ਤਾਂ ਤੁਹਾਡੇ ਆ। ਇੱਕ ਪ੍ਰੈਸ ਰਿਪੋਰਟਰ बोल रही सी कि ये कौन सा झंडा तिरंगे के बराबर कैसे लटका दिया। ਉਹ ਬੀਬੀ ਤੈਨੂੰ ਇਹ ਪਤਾ ਹੀ ਨਹੀਂ, ਇਹਦੇ ਨਾਲ ਇਸ ਜਿਹੜਾ ਸਾਡਾ ਨਿਸ਼ਾਨ ਸਾਹਿਬ ਆ, ਇਹਦੇ ਨਾਲ ਤਿਰੰਗੇ ਦੀ ਰਿਸਪੈਕਟ ਵਧੀ ਆ, ਘਟੀ ਨਹੀਂ। ਸਿਰਫ ਸੋਚਣ ਦਾ ਨਜ਼ਰੀਆ ਤੇਰਾ ਮਾੜਾ ਹੈ। ਇਹ ਤਿਰੰਗੇ ਨੂੰ ਬਚਾਉਣ ਵਾਲਾ ਇਹੀ ਨਿਸ਼ਾਨ ਸਾਹਿਬ ਆ। ਜਿੱਦਣ ਤੁਸੀਂ ਇਹ ਲੋਕ ਸਮਝ ਲਓਗੇ ਨਾ, ਤੁਸੀਂ ਬਚ ਜਾਓਗੇ। ਤੁਸੀਂ ਇੱਕ ਚੀਜ਼ ਤਾਂ ਦੇਖ ਲਈ ਕਿ ਝੰਡਾ ਉੱਥੇ ਲਹਿਰਾਤਾ, ਤੁਸੀਂ ਇਹ ਨਹੀਂ ਦੇਖਿਆ ਕਿ ਦੂਜੇ ਕੰਟਰੀਜ਼ ਨੂੰ ਕਿੰਨੀ ਵਿਪਤਾ ਪਈ ਵੀ ਹੈ, ਕਿ ਇਹਨਾਂ 'ਚ ਇੰਨਾ ਇੱਕ ਹੈ, ਹਿੰਦੁਸਤਾਨੀਆਂ 'ਚ, ਪੰਜਾਬੀਆਂ 'ਚ, ਹਰਿਆਣੇ ਵਾਲਿਆਂ 'ਚ ਇੰਨਾ ਇੱਕ ਆ, ਉਹ ਕਿਸੇ ਨੇ ਨਹੀਂ ਦੇਖਿਆ। ਤੁਹਾਡੇ ਦੁਸ਼ਮਣ ਦੇਸ਼ਾਂ ਨੂੰ ਫਿਕਰ ਪਿਆ ਹੋਇਆ ਹੈ, ਤੁਹਾਡੇ ਦੁਸ਼ਮਣ ਦੇਸ਼ਾਂ ਨੂੰ, ਜਿਨ੍ਹਾਂ ਨੂੰ ਤੁਸੀਂ ਆਪ ਦਾ ਦੁਸ਼ਮਣ ਮੰਨਦੇ ਹੋ। ਜਿਹਨੂੰ ਝੰਡੇ ਦੀ ਤੜਫ ਹੋਈ, ਉਹਨੇ ਇੱਕ ਚੰਗਿਆਈ ਨਹੀਂ ਦੇਖੀ। ਮੈਂ ਤਾਂ ਬਾਈ ਜੀ ਉਹਨਾਂ ਨੂੰ ਵੀ ਸਲਾਮ ਕਰਦਾ ਜਿਨ੍ਹਾਂ ਨੇ ਝੰਡਾ ਲਹਿਰਾਇਆ ਉੱਥੇ, ਚਾਹੇ ਕੋਈ ਚੰਗਾ ਕਹਿੰਦਾ, ਚਾਹੇ ਕੋਈ ਮਾੜਾ ਕਹਿੰਦਾ। ਮੈਨੂੰ ਵੀ ਸ਼ਾਇਦ ਮਾੜਾ ਕਹਿਣ ਲੱਗ ਜਾਓਗੇ। ਜਦੋਂ ਸਾਹਮਣੇ ਉਹਨਾਂ ਨੂੰ ਲਾਲ ਕਿਲ੍ਹਾ ਦਿਖਿਆ ਹੋਊਗਾ, ਉਸ ਵੇਲੇ ਉਹਨਾਂ ਦਾ ਖੂਨ ਖੌਲਿਆ ਹੋਊਗਾ ਵੀ ਸ਼ਾਇਦ ਮੋਦੀ ਇੱਥੇ ਹਾਰ ਜਾਊਗਾ। ਉਹਨਾਂ ਨੂੰ ਹਿੰਦੁਸਤਾਨ ਦਾ ਝੰਡਾ ਨਹੀਂ ਦਿਖਿਆ ਹੋਣਾ, ਉਹਨਾਂ ਨੂੰ ਉਸ ਵੇਲੇ ਮੋਦੀ ਦਿਖਿਆ ਹੋਣਾ। ਕਿਉਂਕਿ ਉਹਨੇ ਇੰਨਾ ਕੁ ਕਿਸਾਨ ਪਰੇਸ਼ਾਨ ਕਰਤਾ, ਕਿਸੇ ਨੇ ਨਹੀਂ ਵਾਚ ਕੀਤਾ, ਕਿਸੇ ਟੀਵੀ ਨੇ ਨਹੀਂ ਵਾਚ ਕੀਤਾ। ਇੰਨਾ ਕੁ ਕਿਸਾਨ ਪਰੇਸ਼ਾਨ ਕਰਤਾ ਕਿ ਜਦੋਂ ਟੀਵੀ 'ਤੇ ਅਸੀਂ ਇਹਦੀ ਸ਼ਕਲ ਦੇਖਦੇ ਹਾਂ ਮੋਦੀ ਦੀ, ਐਂ ਲੱਗਣ ਲੱਗ ਜਾਂਦਾ ਕਿ ਇਹ ਕਿਸਾਨਾਂ ਦਾ ਖੂਨ ਪੀਣ ਲੱਗ ਗਿਆ। ਅਡਾਨੀ ਅੰਬਾਨੀ ਐਂ ਲੱਗਦੇ ਆ ਜਿਵੇਂ ਫਰੰਗੀ ਹੁੰਦੇ ਆ, ਜਿਵੇਂ ਅੰਗਰੇਜ਼ ਆਉਂਦੇ ਸੀ ਹਿੰਦੁਸਤਾਨ ਨੂੰ ਲੁੱਟਣ। ਇਹ ਉਵੇਂ ਲੱਗਦਾ ਜਿਹੜੇ ਵਿਕਾਊ ਰਾਜੇ ਹੁੰਦੇ ਸੀ। ਕਦੇ ਸਾਡੀਆਂ ਭਾਵਨਾ ਤਾਂ ਦੇਖੋ, ਅੰਦਰ ਜਾ ਕੇ ਤਾਂ ਦੇਖੋ। ਮੈਂ ਮੀਡੀਆ ਵਾਲਿਆਂ ਨੂੰ ਕਹੂੰਗਾ, ਜੇ ਤੁਸੀਂ ਵਿਕਣੋਂ ਹਟ ਜਾਓਗੇ ਨਾ, ਸ਼ਾਇਦ ਸਾਰਾ ਕੁਝ ਠੀਕ ਹੋ ਜਾਊਗਾ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਦੇ ਢਿੱਡ ਭਰਨ ਦੀ ਲੱਗੀ ਵੀ ਆ ਮੀਡੀਆ ਨੂੰ। ਵੀਰ, ਬਹੁਤ ਔਖਾ ਪ੍ਰਸ਼ਾਸਨ ਨਾਲ ਲੜਨਾ, ਪਰ ਆਪਣੇ ਹੌਸਲੇ ਟੁੱਟਣਗੇ ਨਹੀਂ। ਮੈਂ ਆਪਣੇ ਜਥੇਬੰਦੀ ਵੱਲੋਂ ਗੱਲ ਕਰ ਰਿਹਾ ਸੀਗਾ ਕਿ ਅਸੀਂ 10,000 ਬੰਦਾ 1.5 ਮਹੀਨੇ 'ਚ ਗੁਰੂ ਮਹਾਰਾਜ ਨੇ ਇਕੱਠਾ ਕੀਤਾ, ਤਾਂ ਕਿਸੇ ਚੰਗੇ ਕੰਮ ਲਈ ਕੀਤਾ। ਮੈਂ ਕੋਸ਼ਿਸ਼ ਕਰੂੰਗਾ। ਕਹਿੰਦੇ ਆ ਸਲਾਹ ਆਪਾਂ ਕੰਧ ਨਾਲ ਵੀ ਕਰ ਸਕਦੇ ਹਾਂ। ਰਾਜੇਵਾਲ ਸਾਹਿਬ ਨੂੰ, ਕਿਸਾਨ ਜਥੇਬੰਦੀਆਂ ਨੂੰ ਹਿੰਮਤ ਦੇਣ ਦੀ,
ਇਸ ਵੇਲੇ ਉਹਨਾਂ ਨੂੰ ਹਿੰਮਤ ਦਿਓ। ਕੌਣ ਗਲਤ ਸੀ ਕੌਣ ਠੀਕ ਸੀ ਉਹਦੇ 'ਚੋਂ ਬਾਹਰ ਆਓ। ਜਿਹੜੇ ਬੰਦਿਆਂ ਨੇ ਗਲਤ ਕੀਤਾ ਉਹਨਾਂ ਦਾ ਨਾਂ ਲੈਣਾ ਟੋਟਲੀ ਬੰਦ ਕਰ ਦਿਓ। ਰਿਕੁਐਸਟ ਹੈ, ਟੋਟਲੀ ਬੰਦ ਕਰ ਦਿਓ। ਉਹਨਾਂ ਨੂੰ ਸਟਾਰ ਨਾ ਬਣਾਓ। ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਆਪਾਂ ਫੇਸਬੁੱਕ 'ਤੇ ਲਾਈਕ ਕਰਦੇ ਹਾਂ, ਉਹਨਾਂ ਨੂੰ ਕਮੈਂਟਸ ਦਿੰਦੇ ਹਾਂ ਕਿ ਪਤਾ ਨਹੀਂ ਬੜਾ ਚੰਗਾ ਕੰਮ ਕਰ ਰਹੇ ਆ। ਰਿਕੁਐਸਟ ਹੈ ਸਾਰਿਆਂ ਨੂੰ ਕਿ ਟੋਟਲੀ ਨਾਂ ਲੈਣਾ ਬੰਦ ਕਰ ਦਿਓ। ਮਿਸ਼ਨ ਇੱਕੋ ਹੀ ਆ ਕਿ ਜਿਹੜੇ ਇਹ ਕਾਲੇ ਕਾਨੂੰਨ ਆ ਇਹ ਵਾਪਸ ਨਹੀਂ ਹੋਣਗੇ। ਜੇ ਇੱਕ ਬੰਦਾ ਪਿੱਛੇ ਮੁੜਦਾ ਤਾਂ ਆਪਾਂ 10 ਬੰਦੇ ਅੱਗੇ ਜਾਵਾਂਗੇ। ਜੇ ਇੱਕ ਬੰਦਾ ਪਿੱਛੇ ਮੁੜਦਾ ਤਾਂ 10 ਅੱਗੇ ਵਧੋ। ਹਜੇ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਇੰਨੀ ਜਲਦੀ ਟੁੱਟਣ ਵਾਲੇ ਨਹੀਂ ਹੈਗੇ। ਸਾਡੀ ਉਹ ਕੌਮ ਹੈ ਮੋਦੀ ਸਾਹਿਬ ਜਿਨ੍ਹਾਂ ਦੇ ਅੰਗ ਅੰਗ ਵੱਢੇ ਗਏ ਆ, ਅੰਗ ਅੰਗ ਚਰਖੜੀਆਂ 'ਤੇ ਚੜਾਏ ਗਏ ਆ। ਇੰਨੀ ਛੇਤੀ ਅਸੀਂ ਟੁੱਟਣ ਵਾਲੇ ਨਹੀਂ। ਜੇ ਤੁਹਾਡੀ ਮਨਸ਼ਾ ਨਾ ਕਿ ਅਸੀਂ ਇੰਨੀ ਜਲਦੀ ਡਿੱਗ ਪਾਂਗੇ, ਨਾ, ਹਜੇ ਤਾਂ ਸ਼ੁਰੂ ਹੋਏ ਆ। ਸਾਡੇ ਵੀਰਾਂ ਨੂੰ ਤਾਂ ਪਤਾ ਨਹੀਂ ਸੀ। ਉਹਨਾਂ ਨੂੰ ਤਾਂ ਐਂ ਸੀਗਾ ਕਿ ਜੇ ਅਸੀਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਤਾ ਤੇ ਸਾਡੀ ਜਿੱਤ ਹੋ ਜੂਗੀ। ਉਦੋਂ ਅੱਗੇ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਸੀ। ਤੁਹਾਡੇ ਕੋਲ ਤਾਂ ਬੜਾ ਗੰਦਾ ਦਿਮਾਗ ਹੈ। ਤੁਸੀਂ ਤਾਂ ਚਾਹ ਵਾਲੀ ਦੁਕਾਨ ਤੋਂ ਚੱਲ ਕੇ ਬਹੁਤ ਅੱਗੇ ਤੱਕ ਪਹੁੰਚੇ ਹੋ। ਸਾਨੂੰ ਪਤਾ ਹੈ ਕਿ ਤੁਸੀਂ ਕਿਵੇਂ ਅੰਦੋਲਨ ਫੇਲ ਕੀਤੇ ਵੀ ਆ। ਕਿਸਾਨ ਨੂੰ ਪਤਾ ਹੈ ਕਿ ਤੁਸੀਂ ਕਿਵੇਂ ਰਾਈਟਸ ਕਰਾਉਂਦੇ ਹੋ, ਕਿਵੇਂ ਲੜਾਈ ਦੰਗੇ ਕਰਾਉਂਦੇ ਹੋ। ਸਭ ਜਾਣੀ ਜਾਣਾ ਹੈ। ਤੁਹਾਡੇ ਤੋਂ ਕੋਈ ਅਣਜਾਣ ਨਹੀਂ ਹੈਗਾ। ਜੇ ਤੁਸੀਂ ਕਹੋ ਨਾ ਵੀ ਤੁਸੀਂ ਆਪਦਾ ਇਹ ਦਾੜੀ ਵਧਾ ਕੇ ਜਾਂ ਆਪਦਾ ਰੂਪ ਬਦਲ ਕੇ ਚੰਗੇ ਬਣ ਜਾਓਗੇ, ਨਾ, ਹੁਣ ਨਹੀਂ। ਹੁਣ ਚੰਗੇ ਨਹੀਂ ਬਣ ਸਕਦੇ ਤੁਸੀਂ। ਹੁਣ ਤੁਸੀਂ ਚੋਟ ਗਲਤ ਜਗ੍ਹਾ 'ਤੇ ਕਰਤੀ। ਕੱਲ੍ਹ ਦਾ ਕਹਿ ਰਿਹਾ ਮੀਡੀਆ ਫਲਾਣੇ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਬਿਲਕੁਲ ਚਾਹੀਦੀ ਹੈ। ਅਸੀਂ ਮਾਫ਼ੀ ਮੰਗਣ ਲਈ ਤਿਆਰ ਹਾਂ। ਆਪਦੇ ਪਿਓ ਤੋਂ ਡਰ ਲੱਗਦਾ ਇਹਨਾਂ ਨੂੰ, ਮੋਦੀ ਤੋਂ, ਇਹ ਗੱਲ ਕਹਿੰਦੇ ਹੋਏ ਕਿ ਤੂੰ ਮਾਫ਼ੀ ਮੰਗ। ਉਹ ਕੀ ਲੱਗਦਾ ਤੁਹਾਡਾ ਮੀਡੀਆ ਵਾਲਿਆਂ ਨੂੰ ਪੁੱਛਣਾ ਚਾਹੀਦਾ। ਕੀ ਪੁੱਛੀਏ ਅਸੀਂ, ਕਿੱਥੇ ਆਵਾਜ਼ ਕੱਢੀਏ? ਇਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਪਏ ਛਾਲੇ ਨਹੀਂ ਦਿਖੇ ਜਥੇਬੰਦੀਆਂ ਦੇ। ਉਹਨਾਂ ਨੂੰ ਬੇਘਰ ਹੋਏ ਨਹੀਂ ਦਿਖੇ ਵੀ ਉਹ ਕਿੰਨੀ ਦੇਰ ਦੇ ਬੇਘਰ ਬੈਠੇ ਆ। ਮੈਂ ਜਥੇਬੰਦੀਆਂ ਨੂੰ ਅਪੀਲ ਕਰੂੰਗਾ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਏਕਾ ਦਿਖਾਓ। ਇੱਕ ਬੰਦੇ ਨਾਲ ਆਪਣਾ ਸਾਰਾ ਸੰਗਠਨ ਖਰਾਬ ਹੋ ਜੇ, ਉਹਦੇ 'ਚ ਇੰਨੀ ਤਾਕਤ ਨਹੀਂ ਹੈਗੀ। ਉਹਨੂੰ ਇੰਨਾ ਤਾਕਤਵਰ ਨਾ ਬਣਾਓ। ਜੇ ਆਪਣੇ ਤੋਂ ਕੋਈ ਗਲਤੀ ਹੋਈ ਆ, ਆਪਾਂ ਉਹਨੂੰ ਫਿਰ ਸਲਾਹ ਮਸ਼ਵਰੇ 'ਚ ਲੈ ਕੇ ਆਈਏ, ਫਿਰ ਤਕੜੇ ਹੋਈਏ, ਫਿਰ ਸੰਗਠਨ ਨੂੰ ਤਕੜਾ ਕਰੀਏ, ਫਿਰ ਉਸ ਤੋਂ ਵਧੀਆ ਢੰਗ ਨਾਲ ਆਪਾਂ ਅੱਗੇ ਪ੍ਰੈਜੈਂਟੇਸ਼ਨ ਕਰਾਂਗੇ। ਸਾਰੇ ਮੁਲਕ ਦੇਖ ਰਹੇ ਸੀ ਆਪਾਂ ਨੂੰ, ਸਾਰੇ ਮੁਲਕ ਦੀਆਂ ਅੱਖਾਂ ਸੀ ਆਪਣੇ 'ਤੇ। ਮੈਂ ਤਾਂ ਸਲਾਮ ਕਰਦਾ, ਮੇਰਾ ਸਿਰ ਝੁਕਦਾ ਉਹਨਾਂ ਵੀਰਾਂ 'ਤੇ। ਇੰਨੇ ਲੱਖ ਬੰਦਾ ਇਕੱਠਾ ਹੋਇਆ, ਇੰਨੇ ਲੱਖ ਬੰਦਾ ਇਕੱਠਾ ਹੋਇਆ। ਹੁਣ ਲੋੜ ਹੈ ਉੱਥੇ ਬੰਦਿਆਂ ਦੀ। ਹੁਣ ਉਹ ਚੀਜ਼ ਦਿਖਾਓ ਕਿ ਅਸੀਂ ਪਿੱਛੇ ਹੁਣ ਡਰ ਕੇ ਪਿੱਛੇ ਨਹੀਂ ਆ ਰਹੇ। ਜਿੱਥੇ ਆਪਾਂ ਨੂੰ ਜਥੇਬੰਦੀਆਂ ਦੇ ਇੰਚਾਰਜ ਕਹਿੰਦੇ ਆ ਉੱਥੇ ਬੈਠ ਜਾਓ ਜਾ ਕੇ। ਦੇਖੋ, ਤੁਹਾਨੂੰ ਦਿਸ਼ਾ, ਤੁਹਾਨੂੰ ਬਾਗਡੋਰ ਦੇਣੀ ਪੈਣੀ ਹੈ ਆਪਦੇ ਲੀਡਰਾਂ ਦੇ ਹੱਥ ਦੇ ਵਿੱਚ। ਜਿਹੜੇ ਕਿਸਾਨ ਜਥੇਬੰਦੀਆਂ ਦੇ ਅਗਵਾਈਆਂ ਕਰ ਰਹੇ ਆ, ਉਹਨਾਂ ਦਾ ਹਰ ਇੱਕ ਬੋਲ, ਰਾਜੇਵਾਲ ਸਾਹਿਬ ਦਾ ਹਰ ਇੱਕ ਬੋਲ ਮੈਂ 10 ਵਾਰ ਸੁਣਿਆ ਬਾਈ ਜੀ, 10 ਵਾਰ ਸੁਣਿਆ। ਜਦ ਉਹਨਾਂ ਨੇ ਇੱਕ ਗੱਲ ਕਹੀ ਬਾਰ-ਬਾਰ ਵੀ ਇੱਥੇ ਸੰਗਤ ਪੂਰੀ ਹੋ ਚੁੱਕੀ ਆ, ਇੱਥੇ ਹੁਣ ਪ੍ਰਬੰਧਾਂ ਦੀ ਦਿੱਕਤ ਆ, ਅਸੀਂ ਮੰਨਣ ਲਈ ਤਿਆਰ ਹੀ ਨਹੀਂ ਸੀ। ਸਾਨੂੰ ਆਹੀ ਫੇਸਬੁੱਕ, ਆਹੀ ਯੂਟਿਊਬ, ਆਹੀ ਫੋਟੋਗ੍ਰਾਫੀ ਫੋਬੀਆ ਨੇ ਮਰਵਾਤਾ। ਮੈਂ ਉਸ ਤੋਂ ਅੱਗੇ ਕੀ ਕੱਢੋਗੇ ਬਾਈ ਜੀ? ਅੱਗੇ ਜਾ ਕੇ ਕੀ ਮਿਲ ਜੂਗਾ ਪੰਜਾਬ ਨੂੰ? ਇੱਕ ਦੂਜੇ ਤੋਂ ਅੱਗੇ ਹੋੜ ਦੇ ਵਿੱਚ ਜਾ ਕੇ ਕੁਛ ਨਹੀਂ ਮਿਲਣਾ ਬਾਈ। ਅਮਰੀਕਾ ਦੇ ਵਿੱਚ ਕਿੱਡਾ ਵੱਡਾ
ਆ ਦੇਖੋ ਹੁਣ ਹਾਦਸਾ ਹੋਇਆ ਸੀ ਪਿੱਛੇ ਜੇ, ਕਿੰਨੀ ਕੁ ਖਬਰ ਆਈ ਬੰਦ ਹੋ ਗਈ। ਤੁਸੀਂ ਆਪਣੀ ਦੇਖ ਲਿਓ, ਮੀਡੀਆ ਨੇ ਇੰਨਾ ਬੁਰਾ ਹਾਲ ਕਰ ਦੇਣਾ ਹੈ। ਖਾਲਿਸਤਾਨੀ, ਆਤੰਕਵਾਦੀ, ਚੰਗਿਆਈਆਂ ਸਾਰੀਆਂ ਦੇਖੋ ਨਾਲ ਦੀ ਨਾਲ ਖਤਮ। ਸਾਰਾ ਮੁਲਕ ਦੇਖ ਰਿਹਾ ਸੀ ਆਪਾਂ ਨੂੰ। ਉਹ ਸੱਚੀ ਭੋਲੇ ਲੋਕ ਸੀਗੇ, ਤੁਸੀਂ ਟਰਸਟ ਕਰਿਓ, ਜਿਹਨੂੰ ਇਹ ਨਹੀਂ ਪਤਾ ਕਿ ਮੈਂ ਝੰਡਾ ਤੇ ਲਹਿਰਾਤਾ, ਇਦੋਂ ਅੱਗੇ ਮੈਂ ਕੀ ਕਰਨਾ। ਉਹਨੂੰ ਪੁੱਛਿਆ ਗਿਆ, ਪਰ ਜਦੋਂ ਉਹਨੂੰ ਲਾਲ ਕਿਲ੍ਹਾ ਦਿਖਿਆ ਹੋਣਾ, ਉਹਨੂੰ ਤਾਂ ਉੱਥੇ ਤੁਹਾਨੂੰ ਫੇਰ ਬਾਰ-ਬਾਰ ਉਹੀ ਗੱਲ ਕਹਿ ਰਿਹਾ, ਮੋਦੀ ਦਿਖਿਆ ਹੋਊਗਾ। ਉਹਦੀ ਭਾਵਨਾ ਸੋਚੋ। ਪੁਲਿਸ ਰਾਹ ਦਿੰਦੀ ਗਈ, ਅਸੀਂ ਸਮਝ ਹੀ ਨਹੀਂ ਸਕੇ। ਉਹ ਰਸਤੇ ਖੋਲ੍ਹਦੇ ਗਏ, ਤੁਹਾਨੂੰ ਫਸਾਉਂਦੇ ਗਏ। ਉਹ ਤੁਹਾਡਾ ਐਂਡ ਦੇਖਣਾ ਚਾਹੁੰਦੇ ਸੀ ਵੀ ਹੋਰ ਕਿੰਨਾ ਨੁਕਸਾਨ ਕਰ ਸਕਦੇ ਹੋ ਦਿੱਲੀ ਦਾ, ਕਰੋ। ਅਸੀਂ ਸਮਝ ਹੀ ਨਹੀਂ ਸਕੇ। ਭੋਲੇ, ਫਿਰ ਮੈਂ ਤੁਹਾਨੂੰ ਉਹੀ ਗੱਲ ਬਾਰ-ਬਾਰ ਕਹੂੰਗਾ, ਜਦੋਂ ਅਸੀਂ ਭੋਲੇ ਗੱਲ ਕਹਿ ਦਿੰਦੇ ਹਾਂ ਤਾਂ ਨਾਲ ਦੀ ਨਾਲ ਇੱਕ ਚੀਜ਼ ਚੱਲ ਪੈਂਦੀ ਆ ਕਿ ਕਿਵੇਂ ਭੋਲੇ ਫਲਾਣੇ। ਉਹ ਤਾਂ ਲੀਡਰ ਹੈ ਬਾਈ ਜੀ ਜਿਹੜੇ ਬੋਲ ਰਹੇ ਆ। ਉਹ ਕੋਈ ਵੀ ਹਿੰਦੁਸਤਾਨੀ ਨਹੀਂ ਬੋਲ ਰਿਹਾ। ਜਿਹੜੇ ਲੋਕ ਤੁਹਾਨੂੰ ਉੱਥੇ ਟੀਵੀ ਦੇ ਵਿੱਚ ਆਪਾਂ ਦੇਖਦੇ ਹਾਂ, ਉਹਦੇ ਵਿੱਚ ਕੋਈ ਕਿਸਾਨ ਨਹੀਂ ਬੋਲ ਰਿਹਾ। ਉਹਦੇ ਵਿੱਚ ਸਿਰਫ ਤੇ ਸਿਰਫ ਪੋਲੀਟੀਸ਼ੀਅਨ ਬੋਲ ਰਹੇ ਆ। ਉਹਦੇ ਵਿੱਚ ਜਦੋਂ ਤੁਸੀਂ ਨਜ਼ਰ ਮਾਰੋਗੇ, ਪਹਿਲਾਂ ਜਦੋਂ ਤੁਸੀਂ ਕਿਸੇ ਬੰਦੇ ਨੂੰ ਸੁਣਦੇ ਹੋ ਨਾ, ਇਹ ਦੇਖੋ ਕਿ ਉਹ ਬੋਲ ਕੌਣ ਰਿਹਾ। ਕੀ ਉਹ ਕਿਸਾਨ ਬੋਲ ਰਿਹਾ? ਜੇ ਕਿਸਾਨ ਬੋਲ ਰਿਹਾ ਤਾਂ ਉਹ ਸਹੀ ਗੱਲ ਬੋਲ ਰਿਹਾ। ਉਹਨੂੰ ਆਪਦਾ ਦਰਦ ਪਤਾ ਹੈ। ਉਹ ਤਾਂ ਰੋਟੀਆਂ ਸੇਕਣ ਵਾਲੇ ਬੋਲ ਰਹੇ ਆ। ਮੀਡੀਆ ਨੇ ਕੀ ਕਰਨਾ? ਮੀਡੀਆ ਨੇ ਜੀ ਮੋਦੀ ਸਾਹਿਬ ਨੂੰ ਖੁਸ਼ ਕਰਨਾ, ਅਡਾਨੀ ਅੰਬਾਨੀਆਂ ਨੂੰ ਖੁਸ਼ ਕਰਨਾ। ਕੀ ਮਤਲਬ ਉਹਨਾਂ ਨੂੰ ਕਿਸਾਨਾਂ ਤੱਕ? ਉਹਨਾਂ ਨੂੰ ਬਹੁਤ ਕੰਫਰਟੇਬਲ ਗੱਡੀਆਂ ਮਿਲ ਰਹੀਆਂ, ਉਹਨਾਂ ਨੂੰ ਬੜੀਆਂ ਸਹੂਲਤਾਂ ਮਿਲ ਰਹੀਆਂ। ਉਹਨਾਂ ਨੂੰ ਖੇਤੀ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਚੀਜ਼ 2 ਰੁਪਏ ਦੀ ਹੈ ਕਿ 100 ਰੁਪਏ ਦੀ ਹੈ। ਉਹਨਾਂ ਨੂੰ 2 ਰੁਪਏ ਵਾਲੀ ਦਾ ਵੀ ਫਰਕ ਨਹੀਂ ਪੈਂਦਾ ਅਤੇ 100 ਰੁਪਏ ਵਾਲੀ ਦਾ ਵੀ ਫਰਕ ਨਹੀਂ ਪੈਂਦਾ। ਫਰਕ ਜਿਨ੍ਹਾਂ ਨੂੰ ਪੈਂਦਾ, ਜਿਹੜੀ ਚੀਜ਼ 2 ਰੁਪਏ ਦੀ ਆ ਅਤੇ ਉਹ 2 ਰੁਪਏ ਦੀ ਮਿਲੇ। ਫਰਕ ਆਪਣੇ ਵਰਗੇ ਮਿਹਨਤੀ ਲੋਕਾਂ ਨੂੰ ਪੈਂਦਾ, ਜਿਨ੍ਹਾਂ ਨੂੰ 1-1 ਰੁਪਏ ਦੀ ਕੀਮਤ ਦਾ ਪਤਾ। ਉਹਨਾਂ ਨੇ ਤਾਂ ਜਿੰਨਾ ਇਸ ਚੀਜ਼ ਨੂੰ ਇਹਦੀ ਸੇਵਾ ਦੇ ਵਿੱਚ ਲਾਉਣਾ, ਉਹ ਸੇਵਾ ਕਰ ਰਹੇ ਆ। ਪਰ ਇੱਕ ਚੀਜ਼ ਤਾਂ ਸਮਝੋ, ਥੋੜ੍ਹਾ ਟਾਈਮ ਹੀ ਲਊਂਗਾ, ਜ਼ਿਆਦਾ ਨਹੀਂ ਲਊਂਗਾ। ਇੱਕ ਚੀਜ਼ ਤਾਂ ਜ਼ਰੂਰ ਸਮਝੋ ਵੀਰ, ਏਕਾ ਇਹਨਾਂ 'ਚ ਵੀ ਬਹੁਤ ਹੈ। ਮੋਦੀ ਨੇ ਕਿੰਨਾ ਕੁਛ ਮਾੜਾ ਕੀਤਾ, ਸਭ ਨੂੰ ਪਤਾ ਹੈ, ਪਰ ਕਿਸੇ ਨੇ ਮਾੜਾ ਬੋਲਿਆ ਉਹਨੂੰ? ਕੋਈ ਮੀਡੀਆ ਦਾ ਕਦੇ ਕਿਤੇ ਖਬਰ। ਆਪਾਂ ਆਪਣੇ ਵੀ ਨਹੀਂ ਛੱਡਣੇਗੇ। ਆਪਾਂ ਬੇਮੁਖ ਨਹੀਂ ਹੋਣਾ ਉਹਨਾਂ ਤੋਂ, ਬੱਚਿਆਂ ਤੋਂ। ਜਿਹੜੇ ਬੱਚੇ ਉੱਥੇ ਲੜ ਰਹੇ ਆ, ਨੌਜਵਾਨ ਹੈ, ਫਰਕ ਹੁੰਦਾ ਸੋਚ ਦਾ। ਜਿਹੜਾ ਏਜ ਡਿਫਰੈਂਸ ਹੁੰਦਾ, ਇਹਦਾ ਜ਼ਰੂਰ ਫਰਕ ਹੁੰਦਾ। ਜੇ ਮੈਂ ਕਹਿ ਦੂੰਗਾ ਕਿ ਮੇਰੀ ਸੋਚ ਮੇਰੇ ਬੇਟੇ ਨਾਲ ਮਿਲ ਜੂਗੀ, ਤਾਂ ਮੈਨੂੰ ਮਿਲਾਉਣੀ ਪੈਣੀ ਆ। ਕਾਮਯਾਬੀ ਕਦੇ ਵੀ, ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਜੇ ਆਪਾਂ ਕਾਮਯਾਬ ਹੋਣਾ, ਨੌਜਵਾਨ, ਬਜ਼ੁਰਗ, ਮੇਰੀਆਂ ਭੈਣਾਂ, ਮੇਰੀਆਂ ਬੀਬੀਆਂ, ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ। ਆਪਾਂ ਨੂੰ ਇਕਜੁੱਟ ਐ ਮੁੱਠੀ ਵਾਂਗੂ ਇਕੱਠੇ ਹੋਣਾ ਪੈਣਾ। ਸਰਕਾਰ ਦਾ ਕੰਮ ਹੈ ਮੁੱਠੀ ਖੋਲ੍ਹਣਾ, ਐਵੇਂ ਖੋਲ੍ਹਣਾ ਉਹਨਾਂ ਨੇ ਆਪਾਂ ਨੇ ਬੰਦ ਕਰਨਾ। ਆਪਣਾ ਜਿਹੜਾ ਜ਼ੋਰ ਹੈ, ਆਪਣੇ ਬੱਚਿਆਂ ਨੂੰ ਬੁੱਕਲ 'ਚ ਲੈਣਾ। ਜਦੋਂ ਕੰਧ ਦੇ ਵਿੱਚੋਂ ਇੱਕ ਇੱਟ ਨਿਕਲ ਜਾਂਦੀ ਹੈ ਨਾ, ਸਾਰੀ ਕੰਧ ਡਿੱਗ ਪੈਂਦੀ ਆ। ਮੈਂ ਲੀਡਰਸ਼ਿਪ ਨੂੰ ਵੀ ਬੇਨਤੀ ਕਰਦਾ, ਜਿਹੜੇ ਬਹੁਤ ਸਿਆਣੇ ਲੀਡਰਸ਼ਿਪ ਹੈ, ਮੈਂ ਤਾਂ ਉਹਨਾਂ ਦੇ ਪੈਰ ਵਰਗਾ ਵੀ ਨਹੀਂਗਾ। ਮੈਂ ਤਾਂ ਉਹਨਾਂ ਦਾ ਆਸਾਨ ਮੰਨਦਾ ਰਿਣੀ ਰਹੂੰਗਾ। ਮੈਂ ਰਾਜੇਵਾਲ ਸਾਹਿਬ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਬਹੁਤ ਦੂਰ ਦਾ ਸੋਚਣਾ ਪਊਗਾ। ਮੁੱਠੀ ਬੰਦ ਕਰਨੀ ਪੈਣੀ ਹੈ। ਸਰਕਾਰ ਦੀ ਤਾਕਤ ਨਾ ਹੋਵੇ ਆਪਣੀ ਮੁੱਠੀ ਖੁੱਲ੍ਹ ਜੇ ਨਾ। ਜੇ ਜਿੱਤਣਾ, ਅਸੀਂ ਸਾਈਨ ਬਣਾਉਂਦੇ ਹਾਂ ਹੁਣ ਝੰਡਿਆਂ 'ਤੇ, ਐਂ ਕਰਕੇ ਤਾਕਤ ਹੁੰਦੀ ਹੈ ਆਪਣੀ ਝੰਡਿਆਂ ਦੇ ਉੱਤੇ। ਉਹ ਤਾਕਤ ਸਰਕਾਰ ਨੂੰ ਦਿਖਾਉਣੀ ਪੈਣੀ ਹੈ। ਰਾਜੇਵਾਲ ਸਾਹਿਬ, ਮੈਂ ਤੁਹਾਡਾ ਬੱਚਾ ਹੈ, ਜਿੱਥੇ ਲੋੜ ਹੈ ਅਸੀਂ ਪਹੁੰਚਾਂਗੇ। ਪਰ ਇੱਕ ਬੇਨਤੀ ਆ, ਮੋਤੀਆਂ ਦੀ ਮਾਲਾ ਦੇ ਵਿੱਚੋਂ ਜੇ ਇੱਕ ਮੋਤੀ ਨਿਕਲ ਜੇ ਤਾਂ ਸਾਰੀ ਖਿੰਡ ਜਾਂਦੀ ਆ। ਨਿਕਲ ਨਾ ਦਈਏ ਆਪਾਂ। ਤੁਸੀਂ ਸਿਆਣੇ ਹੋ, ਤੁਸੀਂ ਸੂਝਵਾਨ ਹੋ। ਮੈਂ ਬਹੁਤ ਵੀਡੀਓ ਸੁਣੀ ਗਿਆ, ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਦਾ ਜ਼ਿਕਰ ਹੋ ਹੀ ਗਿਆ।
ਜਿਹੜੇ ਬੰਦੇ ਇਹ ਐਜੀਟੇਸ਼ਨ ਲੜ ਰਹੇ ਆ, ਚੰਗੇ ਬੰਦੇ ਲੜ ਰਹੇ ਆ, ਕਿਸੇ ਨੇ ਲਾਈਵ ਹੋ ਕੇ ਉਹਨਾਂ ਦਾ ਜ਼ਿਕਰ ਹੀ ਨਹੀਂ ਕੀਤਾ। ਹੌਸਲਾ ਦਿਓ ਰਾਜੇਵਾਲ ਸਾਹਿਬ ਨੂੰ, ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਹੌਸਲਾ ਦਿਓ। ਸਿਰਫ ਤੇ ਸਿਰਫ ਆਪਾਂ ਉਹਨਾਂ ਦੀ ਗੱਲ ਕਰੀਏ ਹੁਣ, ਕਿਹਨਾਂ ਨੇ ਕੀ ਮਾੜਾ ਕਰਤਾ ਉਹਦੇ ਬਾਰੇ ਸਭ ਨੂੰ ਪਤਾ ਹੈ। ਬਾਰ-ਬਾਰ ਉਹਨਾਂ ਨੂੰ ਰਿਪੀਟ ਕਰਕੇ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਹੈਗਾ। ਅਗਲੀ ਸੋਚ, ਜਦੋਂ ਇੱਕ ਲੜਾਈ ਹਾਰ ਜਾਂਦੇ ਆਪਾਂ ਤਾਂ ਨੈਕਸਟ ਦੀ ਤਿਆਰੀ ਸ਼ੁਰੂ ਕਰ ਦਿਓ, ਉਸ ਤੋਂ ਮਜ਼ਬੂਤ ਹੋ ਕੇ ਉੱਠੀਏ ਆਪਾਂ। ਬਈ ਮੈਨੂੰ ਸੱਚੀ ਨਹੀਂ ਲਾਈਵ ਹੋਣਾ ਆਉਂਦਾ ਸੀਗਾ ਕਿ ਕਿਵੇਂ ਹੋਈਦਾ, ਕੀ ਕਰੀਦਾ। ਮੈਨੂੰ ਤਾਂ ਜਿਵੇਂ ਉੱਪਰੋਂ ਮੈਂ ਦਿੱਲੀ ਤੋਂ ਸੁਣ ਲੈਂਦਾ ਸੀਗਾ ਅਤੇ ਮੈਨੂੰ ਇਹ ਲੱਗਦਾ ਸੀ ਉੱਥੇ ਬਹੁਤ ਵੀਰ ਬੈਠੇ ਆ, ਅਤੇ ਉਹ ਰੰਬਾ ਚੱਕ ਕੇ, ਖੁਰਪਾ ਚੱਕ ਕੇ ਨਾ ਉਵੇਂ ਗੁੱਡੀ ਕਰੀ ਜਾਂਦੇ ਸੀ। ਅਸੀਂ ਤਾਂ ਯਾਰ, ਮੈਂ ਤਾਂ ਅੱਜ ਵੀ ਸੰਪਰਕ ਕਰਕੇ ਜਾਊਂਗਾ ਉੱਥੇ ਜਥੇਬੰਦੀਆਂ ਨਾਲ। ਬੇਨਤੀ ਆ, ਤੁਹਾਡੇ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਅੱਗੇ ਮੋਢੀ ਲੱਗੇ ਹੋਣਗੇ, ਉਹਨਾਂ ਨੂੰ ਪੁੱਛੋ ਉੱਥੇ ਲੋੜ ਕਿਸ ਚੀਜ਼ ਦੀ ਆ, ਕਿੰਨੇ ਬੰਦਿਆਂ ਦੀ ਆ, ਕਿੰਨੇ ਬੰਦੇ ਜਾਈਏ, ਕਿੰਨੇ ਬੰਦੇ ਆਈਏ। ਡਿਸਪਲਿਨ ਦੇ ਵਿੱਚ ਜੇ ਤੁਸੀਂ ਇਹ ਲੜਾਈ ਲੜੋਗੇ ਤਾਂ ਕਾਮਯਾਬ ਹੋਗੇ। ਮੇਰੀ ਇੱਕ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰਿਓ। ਡਿਸਪਲਿਨ ਦੇ ਵਿੱਚ, ਜਦੋਂ ਡਿਸਪਲਿਨ ਆਪਣਾ ਖਰਾਬ ਹੋ ਗਿਆ, ਉੱਥੇ ਹੀ ਆਪਾਂ ਨੁਕਸਾਨ 'ਚ ਚਲੇ ਜਾਵਾਂਗੇ। ਸੰਗਰੂਰ ਸੀਗਾ ਬਾਈ ਜੀ, ਕਿੰਨਾ ਟਰੈਕਟਰ ਹੋਇਆ ਹੋਣਾ ਇੱਥੇ? ਮੇਰੇ ਹਿਸਾਬ ਨਾਲ 2200-2500 ਟਰੈਕਟਰ ਹੋਇਆ ਹੋਊਗਾ ਮੈਕਸਿਮਮ। ਜ਼ੋਰ ਲਾ ਕੇ, ਮੈਂ ਝੂਠ ਬੋਲ ਕੇ ਨਹੀਂ ਕਹਿ ਸਕਦਾ, 2000 ਵੀ ਹੋ ਸਕਦਾ, 2500 ਵੀ ਹੋ ਸਕਦਾ। ਉਹਦੇ ਵਿੱਚ ਵੀ 2 ਵਾਰ ਲੜਾਈ ਹੁੰਦੀ ਬਚੀ। ਲੜਾਈ ਕਿਸ ਗੱਲ ਦੀ ਸੀ? ਵੱਡੇ ਟਰੈਕਟਰ ਆ ਗਏ 3-4, ਬਹੁਤ ਵੱਡੇ ਟਰੈਕਟਰ ਸੀਗੇ। ਉੱਤੇ ਉਹਦੇ ਗਨ ਦੀ ਫੋਟੋ ਬਣੀ ਵੀ। ਮੈਂ ਉੱਤਰ ਕੇ ਉਸ ਟਰੈਕਟਰ 'ਤੇ ਵੀ ਗਿਆ ਵੀ ਵੀਰੇ ਵੱਡੇ ਛੋਟੇ ਨਾ ਹੋ, ਪਹਿਲਾਂ ਇੱਕ ਹੋਣ ਦੀ ਕੋਸ਼ਿਸ਼ ਕਰੋ। ਇੱਥੇ ਜ਼ੋਰ ਜ਼ਬਰਦਸਤੀ ਆਪਣੇ ਭਰਾਵਾਂ 'ਤੇ ਨਾ ਕਰੋ, ਜ਼ਬਰਦਸਤੀ ਵਿੱਚ ਵੜਨ ਦੀ ਕੋਸ਼ਿਸ਼। ਆਪਾਂ ਇੱਕ ਦੂਜੇ 'ਤੇ ਜ਼ਬਰਦਸਤੀ ਨਾ ਕਰੋ। ਆਪਾਂ ਇੱਕ ਦੂਜੇ ਨੂੰ ਤਾਕਤਵਰ ਹੋ ਕੇ ਨਾ ਦਿਖਾਉਣ ਦੀ ਕੋਸ਼ਿਸ਼ ਕਰੋ। ਜਿੱਥੇ ਲੋੜ ਆ ਉੱਥੇ ਤਾਕਤ ਦਿਖਾਓ। ਆਪਾਂ ਇੱਕ ਦੂਜੇ 'ਤੇ ਕੀ ਤਾਕਤ ਦਿਖਾਵਾਂਗੇ? ਕਿੰਨੇ ਕੁ ਵੱਡੇ ਹੋ ਜਾਵਾਂਗੇ? ਗੁਰੂ ਸਾਹਿਬ ਦੀਆਂ ਲੜਾਈਆਂ ਨੂੰ ਯਾਦ ਕਰ ਲਓ ਕਿ ਉਹ ਕਿਵੇਂ ਲੜਦੇ ਸੀ। ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰ ਲਓ ਕਿ ਉਹਨਾਂ ਨੇ ਕੌਡੇ ਰਾਖਸ਼ ਵਰਗਿਆਂ ਨੂੰ ਵੀ ਨਹੀਂ ਛੱਡਿਆ, ਨਾਲ ਲਾਇਆ ਆਪਦੇ। ਕੌਡੇ ਰਾਖਸ਼ ਨੂੰ ਵੀ ਆਪਦੇ ਨਾਲ ਲਾਇਆ। ਜੇ ਉਹ ਸੋਚ ਲੈਂਦੇ ਤਾਂ ਮਾੜਾ ਇਹਨੂੰ ਛੱਡ ਦਿਓ, ਇਹ ਤਾਂ ਗਲਤ ਹੈ ਵੀ ਮੈਂ ਤਾਂ ਇਹਨੂੰ ਨਾਲ ਨਹੀਂ ਤੋਰਨਾ। ਵਿਚਾਰ ਕਰੋ, ਆਪਣੀ ਸੋਚ ਨੂੰ ਉੱਥੇ ਤੱਕ ਲੈ ਕੇ ਜਾਓ। ਮੋਦੀ ਨੇ ਕਿੰਨੀਆਂ ਗਲਤੀਆਂ ਕੀਤੀਆਂ, ਕਿਸੇ ਨੇ ਨਹੀਂ ਕਿਹਾ ਉਹਨੂੰ ਤੂੰ ਗਲਤ ਹੈ। ਉਹਦੇ ਗਲਤ 'ਚ ਵੀ ਠੀਕ ਸੀ, ਉਹਦੇ ਗਲਤ ਡਿਸੀਜਨ ਵੀ ਓਕੇ ਸੀਗੇ ਵੀ ਠੀਕ ਹੈ ਜੀ, ਜੋ ਕਰ ਰਿਹਾ ਸਭ ਸਹੀ ਹੈ। ਮੈਂ ਨਾ ਜ਼ਿਕਰ ਨਹੀਂ ਕਰੂੰਗਾ ਕੀ ਗਲਤ ਕੀਤਾ, ਸਭ ਨੂੰ ਪਤਾ। ਸ਼ੁਰੂ ਤੋਂ ਲੈ ਕੇ ਜਿੱਥੋਂ ਉਹ RSS 'ਚ ਆਇਆ, ਉੱਥੋਂ ਤੋਂ ਲੈ ਕੇ ਟਿਲ ਹੁਣ ਤੱਕ। ਤੁਸੀਂ ਤਾਂ ਹੁਣ ਦੀਆਂ ਗੱਲਾਂ ਕਰਦੇ ਹੋ ਕਿ ਹੁਣ ਉਹਨੇ ਕੀ ਮਾੜਾ ਕੀਤਾ, ਪ੍ਰਾਈਮ ਮਿਨਿਸਟਰ ਬਣ ਕੇ ਉਹਨੇ ਕੀ ਮਾੜਾ ਕੀਤਾ। ਉਦੋਂ ਪਿੱਛੇ ਵੀ ਚਲੇ ਜਾਓ ਕਿ ਉਹ ਇਸ ਪੌੜੀ ਤੱਕ ਪਹੁੰਚਿਆ ਕੀ ਕੁਛ ਕਰਕੇ ਹੈ, ਅਤੇ ਉਹ ਕਿੰਨਾ ਕੁ ਦਿਮਾਗੀ ਹੋਊਗਾ ਉਹਨੂੰ ਇਹੋ ਜਿਹੀਆਂ ਲੜਾਈਆਂ ਲੜਨ ਲਈ। ਇਹ ਤਾਂ ਆਪਾਂ ਸਿਰਫ ਇੱਕ ਤਾਂ ਬਚ ਰਹੇ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਆਪਣੇ 'ਤੇ। ਆਪਾਂ ਨੇ 1 ਮਿੰਟ 'ਚ ਕਹਿਤਾ ਸਾਡੇ ਬੱਚੇ ਗਲਤ ਹੋ ਗਏ, ਅਸੀਂ ਛੱਡਤੇ। ਕਿਉਂ ਛੱਡਤੇ ਯਾਰ? ਉਹ ਰਾਤ ਇੱਕ ਵੀਰ ਨੇ ਲਾਈਵ ਹੋ ਕੇ ਕਿਹਾ, ਲੀਡਰਸ ਨੂੰ ਵੀ ਕਿਹਾ, ਅਸੀਂ ਉੱਥੇ ਉਹਦਾ ਹੀ ਨਾਂ ਲਿਖੀ ਗਏ। ਉਹ ਤਾਂ ਗੱਦਾਰ ਹੈ। ਉਸ ਗੱਦਾਰ ਕਰਕੇ ਆਪਾਂ ਆਪਣੇ ਬੱਚੇ ਮਰਵਾਉਣੇ ਆ। ਇੱਕ ਨੌਜਵਾਨ ਵੀ ਜੇ ਮਰ ਰਿਹਾ ਨਾ ਬਾਈ ਜੀ, ਉਹ ਆਪਾਂ ਲਿਆ ਨਹੀਂ ਸਕਦੇ ਮੁੜ ਕੇ। ਉਹਦੇ ਪਰਿਵਾਰ ਦੇ ਪਿੱਛੇ ਦੇਖੋ ਕੀ ਕੁਛ ਆ। ਇੱਕ ਮੌਤ ਨਹੀਂ ਹੁੰਦੀ ਕਦੇ ਵੀ, ਕਦੇ ਇੱਕ ਮੌਤ ਨਹੀਂ ਹੁੰਦੀ। ਮੇਰੀ ਗੱਲ 'ਤੇ ਯਕੀਨ ਕਰ ਲਿਓ। ਮੌਤਾਂ ਹੁੰਦੀਆਂ। ਉਹ ਇਕੱਲਾ ਬੱਚਾ ਨਹੀਂ ਮਰਿਆ, ਉਹਦਾ ਪਰਿਵਾਰ ਵੀ ਮਰਿਆ ਨਾਲ। ਉਹਦੀ ਫੈਮਿਲੀ ਵੀ ਮਰੀ ਆ ਨਾਲ, ਉਹਦੀ ਮਾਂ ਵੀ ਮਰੀ ਆ ਨਾਲ, ਉਹਦਾ ਪਿਓ ਵੀ ਮਰਿਆ ਨਾਲ। ਉਹ ਆਪਦੇ ਲਈ ਨਹੀਂ ਮਰਿਆ, ਉਹ ਕੋਈ ਆਪਦੇ ਜ਼ਮੀਨ ਦੇ ਕਬਜ਼ੇ ਲਈ ਨਹੀਂ ਮਰਿਆ।
ਕਿਸੇ ਨੇ ਗੁੰਮਰਾਹ ਕਰਕੇ ਮਰਵਾਤਾ ਜਾਂ ਜੋਸ਼ 'ਚ ਮਾਰਿਆ ਗਿਆ, ਜੋ ਵੀ ਹੋਇਆ ਪਰਮਾਤਮਾ ਨੂੰ ਪਤਾ, ਆਪਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਗਾ ਹਜੇ ਇਸ ਗੱਲ ਬਾਰੇ ਕਿ ਨਿਕਲੂਗਾ ਕੀ। ਮੈਂ ਸਿਰਫ ਲਾਈਵ ਇਸ ਗੱਲ ਕਰਕੇ ਹੋਇਆ, ਹੌਸਲਾ ਰੱਖਿਓ, ਪੁੱਛ ਕੇ ਜਾਓ ਜਥੇਬੰਦੀਆਂ ਨੂੰ। ਐਵੇਂ ਇੱਕ ਦੂਜੇ ਦੇ ਵਿੱਚ ਟਰੈਕਟਰ ਫਸਾ ਕੇ ਤੁਸੀਂ ਤਾਕਤਵਰ ਨਹੀਂ ਹੈਗੇ। ਜਿੱਥੇ 10 ਟਰੈਕਟਰਾਂ ਦੀ ਲੋੜ ਹੈ ਉੱਥੇ 300 ਦੀ ਲੋੜ ਨਹੀਂ ਹੁੰਦੀ। ਜਿੱਥੇ 5 ਦੀ ਲੋੜ ਹੈ, ਹਰ ਚੀਜ਼ ਸੋਚ ਕੇ ਚੱਲਦੇ, ਹਰ ਚੀਜ਼ ਸਮਝ ਕੇ ਚੱਲੋ। ਹਜੇ ਵੀ ਲੜਾਈ ਬਹੁਤ ਲੰਬੀ ਆ। ਜਥੇਬੰਦੀਆਂ ਨੂੰ ਆਪਣੇ ਪਿੰਡ ਪੱਧਰ ਤੇ ਇਕਾਈਆਂ ਬਣਾ ਕੇ ਚੱਲੋ, ਉਹਨਾਂ ਨਾਲ ਡਿਸਕਸ ਕਰਕੇ ਚੱਲੋ। ਥੱਲੇ ਤੋਂ ਉਹ ਤਾਂ ਉੱਪਰ ਕਰ ਰਹੇ ਆ ਯਾਰ, ਦਿੱਲੀ ਜੋ ਕਰ ਰਹੇ ਆ ਉਹ ਸਹੀ ਕਰ ਰਹੇ ਆ। ਆਪਣਾ ਫਰਜ਼ ਕੀ ਆ ਉਹਨੂੰ ਨਿਭਾਓ। ਜਿਹੜਾ ਮੇਰਾ ਵੀਰ ਇੱਥੇ ਪੰਜਾਬ 'ਚ ਬੈਠਾ, ਜਿਹੜਾ ਕਿਸਾਨ ਪੰਜਾਬ 'ਚ ਬੈਠਾ, ਹਰਿਆਣੇ 'ਚ ਬੈਠਾ, ਰਾਜਸਥਾਨ, ਹਿੰਦੁਸਤਾਨ ਦੇ ਜਿਹੜੇ ਮਰਜ਼ੀ ਕੋਨੇ 'ਚ ਬੈਠਾ, ਉਹ ਆਪਣੀਆਂ ਇਕਾਈਆਂ ਬਣਾਓ, ਉਹਨਾਂ ਨਾਲ ਸਲਾਹ ਕਰੋ। ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ। ਫਿਰ ਉੱਥੇ ਪੁੱਛੋ ਵੀ ਸਾਡੀ ਲੋੜ ਕਿੱਥੇ ਆ, ਕਿਸ ਚੀਜ਼ ਦੀ ਲੋੜ ਆ, ਅਸੀਂ ਕਿਵੇਂ ਆਈਏ। ਸਮਝ ਕੇ ਚੱਲੋ। ਜਿਹੜੀ ਲੀਡਰਸ਼ਿਪ ਦੇ ਆਪਾਂ ਨੀਚੇ ਚੱਲਣਾ ਉਹਨੂੰ ਸਮਝ ਕੇ ਚੱਲੋ। ਜੇ ਉਸ ਬੱਚੇ ਨੇ, ਫਿਰ ਉਹੀ ਗੱਲ ਆ ਗਈ, ਇੱਕ ਨਹੀਂ ਪਰਿਵਾਰ ਮਰਦਾ, ਜਦੋਂ ਮਰਦਾ ਫੈਮਿਲੀ ਮਰਦੀ ਆ, ਉਹਦੇ ਬੱਚਾ ਵੀ ਹੋਣਾ, ਉਹਦੀ ਵਾਈਫ ਵੀ ਹੋਣੀ ਆ, ਹੈ ਨਾ, ਸਾਰਾ ਕੁਛ ਹੁੰਦਾ। ਤਾਂ ਜੇ ਆਪਾਂ ਨੂੰ ਲੱਗਦਾ ਕਿ ਉਹ ਬੱਚਾ ਸ਼ਹੀਦ ਹੋਇਆ, ਮੈਂ ਦੇਖਿਆ ਉਹਦੇ ਤੇ ਹਿੰਦੁਸਤਾਨ ਦਾ ਝੰਡਾ ਪਾਇਆ ਗਿਆ। ਜਿਹੜੀਆਂ ਗੱਲਾਂ ਉੱਥੇ ਤਾਂ ਝੰਡਾ ਦਿਖੀ ਗਿਆ ਸਾਰਿਆਂ ਨੂੰ ਕਿ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਤਾ, ਉੱਥੇ ਕਿਸੇ ਨੇ ਨਹੀਂ ਦੇਖਿਆ, ਕਿਸੇ ਮੀਡੀਆ ਨੇ ਨਹੀਂ ਦਿਖਾਇਆ ਕਿ ਯਾਰ ਉੱਥੇ ਹਿੰਦੁਸਤਾਨ ਦਾ ਝੰਡਾ ਪਾਇਆ ਉਹਦੇ ਉੱਤੇ, ਉਸ ਬੱਚੇ ਦੇ ਉੱਤੇ ਜਿਹਦੇ ਨਾਲ ਉਹ ਕਵਰ ਕੀਤਾ ਗਿਆ। ਕਿਸੇ ਨੇ ਨਹੀਂ ਦਿਖਾਇਆ ਬਾਈ ਜੀ। ਦਿਖਾਉਣਾ ਚਾਹੁੰਦੇ ਹੀ ਨਹੀਂ ਗੇ। ਜੋ ਦਿਖਾਉਣਾ ਚਾਹੁੰਦੇ ਆ ਉਹੀ ਦਿਖਾ ਰਹੇ ਆ ਉਹ। ਬ੍ਰਦਰ, ਇਕਾਈਆਂ ਬਣਾ ਕੇ ਡਿਸਕਸ ਕਰਕੇ ਹੁਣ ਵੀ ਨਾ ਆਪੋ ਧਾਪੀ 'ਚ ਭੱਜ ਲਿਓ ਕਿ ਪਤਾ ਨਹੀਂ ਸਾਡੀ ਉੱਥੇ ਬਹੁਤ ਲੋੜ ਆ। ਉੱਥੇ ਦਿਮਾਗ ਦੀ ਲੋੜ ਆ, ਹੋਸ਼ ਦੀ ਲੋੜ ਹੈ, ਤਾਕਤ ਦੇ ਨਾਲ। ਤਾਕਤ ਤਾਂ ਬਹੁਤ ਪਿੱਛੇ ਰਹਿਣੀ ਚਾਹੀਦੀ ਆਪਣੀ, ਜਿਹੜੀ ਆਪਣੀ ਮੂਹਰੇ ਚਲੀ ਗਈ। ਬਈ ਕੱਟ ਗਿਆ ਸੀਗਾ, ਪਤਾ ਨਹੀਂ ਕਿਉਂ ਡਿਸਕਨੈਕਟ ਹੋ ਗਿਆ ਸੀਗਾ। ਵੀਰ ਡਿਸਕਨੈਕਟ ਹੋ ਗਿਆ ਸੀਗਾ, ਪਤਾ ਨਹੀਂ ਲੱਗਿਆ। ਤਾਕਤ ਦੀ ਲੋੜ ਨਹੀਂ ਹਜੇ। ਜੋ ਆਪਾਂ ਨੂੰ ਰਾਜੇਵਾਲ ਸਾਹਿਬ, ਮੈਂ ਕਿਉਂਕਿ ਉਹਨਾਂ ਦਾ ਵਾਕਈ ਫੈਨ ਹੈ, ਮੈਂ ਜਦੋਂ ਉਹਨਾਂ ਦੀ ਕੋਈ ਦਲੀਲ, ਕੋਈ ਅਪੀਲ ਸੁਣਦਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਮਿਲਦਾ ਹਰ ਵਾਰ। ਕੋਸ਼ਿਸ਼ ਆਪਾਂ ਨੂੰ ਵੀ ਆਪਾਂ ਉਹਨਾਂ ਦੀ ਗੱਲ ਸੁਣ ਕੇ ਤੇ ਆਪਾਂ ਉੱਥੇ ਤੱਕ ਜਾਈਏ। ਮੈਂ ਕੋਸ਼ਿਸ਼ ਕਰੂੰਗਾ, ਜੇ ਕੱਲ੍ਹ ਨੂੰ ਕੋਈ ਹੋਰ ਮੇਰੇ ਦਿਮਾਗ ਦੇ ਵਿੱਚ ਗੱਲ ਆ ਗਈ, ਕਿਉਂਕਿ ਮੈਂ ਇਕੱਲੀ ਚੀਜ਼ ਨੂੰ ਵਾਚ ਕਰ ਰਿਹਾ ਇਸ ਵੇਲੇ, ਕਿ ਹਜੇ ਮੈਨੂੰ ਸਿਰਫ ਤੇ ਸਿਰਫ 10% ਸਮਝ ਆਈ ਹੈ। ਜੋ ਮੈਂ ਪਹਿਲਾਂ ਕਹਿ ਕੇ ਹਟਿਆ ਸੀ ਕਿ ਆਪਣੀ ਮੁੱਠੀ ਬੰਦ ਕਰਨੀ ਆ ਤੇ ਇਹਨਾਂ ਨੇ ਖਿਲਾਉਣੀ ਆ, ਸਰਕਾਰਾਂ ਨੇ। ਯੂਥ, ਬਜ਼ੁਰਗ, ਬੀਬੀਆਂ, ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਬੇਨਤੀ ਕਰਨ ਲੱਗਿਆ ਮੈਂ ਕਿ ਆਪਾਂ ਸਾਰੇ ਜਾਣਿਆਂ ਨੂੰ, ਆਪਾਂ ਯੂਥ ਨੂੰ ਵੀ ਬਾਹਰ ਨਾ ਕੱਢੋ। ਆਪਾਂ ਲਾਲ ਕਿਲ੍ਹੇ ਵੱਲ ਦੇਖੀਏ, ਜਿਹੜੇ ਆਪਣੇ ਉੱਥੇ ਬੱਚੇ ਫਸੇ ਹੋਏ ਆ। ਜਿਵੇਂ ਜਥੇਬੰਦੀਆਂ ਫੈਸਲਾ ਕਰਦੀਆਂ, ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ, ਉਹ ਬੱਚੇ ਆਪਣੀ ਆ, ਆਪਣੇ ਪੰਜਾਬ ਦੇ, ਆਪਣੇ ਹਰਿਆਣੇ ਦੇ ਆ, ਆਪਣੇ ਰਾਜਸਥਾਨ ਦੇ ਆ, ਆਪਣੇ ਲਈ ਗਏ ਆ, ਜੋਸ਼ 'ਚ ਚਲੇ ਗਏ, ਹੋਸ਼ 'ਚ ਚਲੇ ਗਏ, ਕਿਸੇ ਚੀਜ਼ 'ਚ ਚਲੇ ਗਏ, ਉਹ ਗੱਲ ਨਹੀਂ। ਪਰ ਹੈ ਲੜਾਈ ਤਾਂ ਆਪਣੇ ਲਈ ਲੜ ਰਹੇ ਸੀਗੇ। ਕੌਣ ਗਲਤ ਕਰ ਗਿਆ, ਕੌਣ ਠੀਕ ਕਰ ਗਿਆ, ਇਹ ਬਾਅਦ 'ਚ ਆਪਾਂ ਫੈਸਲਾ ਕਰਾਂਗੇ। ਪਹਿਲਾਂ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਬਾਹਰ ਕੱਢੀਏ। ਜੇ ਕੋਈ ਜਥੇਬੰਦੀ ਦੇ ਕੋਲੇ ਮੇਰੀ ਇਹ ਵੀਡੀਓ ਚਲੀ ਗਈ ਹੋਵੇ, ਮੈਨੂੰ ਟਾਈ ਅਪ ਕਰਕੇ ਜਿੱਥੇ ਭੇਜਣਾ, ਸਾਡੀ ਟੀਮ ਜਾਣ ਲਈ ਤਿਆਰ ਹੈ।
ਅਸੀਂ ਤਾਂ ਵੇਟ ਕਰ ਰਹੇ ਹਾਂ। ਮੈਨੂੰ ਤਾਂ ਉਹ ਪੁਰਾਣੀ ਇੱਕ ਜਿਵੇਂ ਬਾਰਡਰ ਦਾ ਲੜਾਈ ਯਾਦ ਆ ਗਈ ਸੀਗੀ ਵੀ ਜਹਾਜ਼ ਫਲਾਈਟ ਹੀ ਨਹੀਂ ਲੈ ਸਕਦੇ ਸੀਗੇ ਜਿੰਨੀ ਦੇਰ ਉਤੋਂ ਸਾਨੂੰ ਕਮਾਂਡ ਨਹੀਂ ਮਿਲਦੀ। ਆਪਾਂ ਕਮਾਂਡ ਥੱਲੇ ਚੱਲਣਾ, ਇੱਕੋ ਹੀ ਕਮਾਂਡ ਚੱਲਣੀ ਹੈ। ਮੈਂ ਤਾਂ ਰਾਜੇਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਾਂਗੇ। ਸਾਨੂੰ ਤੁਸੀਂ ਕੋਈ ਸੁਨੇਹਾ ਦਿਓ, ਅਸੀਂ ਤਾਂ ਤੁਹਾਡੇ ਸੁਨੇਹੇ ਦੇ ਇੰਤਜ਼ਾਰ ਦੇ ਵਿੱਚ ਹਾਂ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।